ਹੁਣ ਤੱਕ ਤੁਸੀਂ ਪੜ੍ਹਿਆ ਕਿ ਪਿੰਟੂ ਦਾ ਪਿੰਡ ਦੀ ਹਰ ਦੂਜੀ ਲੜਕੀ ਨਾਲ ਚੱਕਰ ਚੱਲਦਾ ਰਹਿੰਦਾ ਸੀ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਸੀ ਕਿ ਉਹ ਅਕਸਰ ਲੋਕਾਂ ਨੂੰ ਆਖਦਾ ਰਹਿੰਦਾ ਸੀ ਕਿ ਦੇਖਿਓ, ਵਿਆਹ ਤੋਂ ਬਾਅਦ ਮੈਂ ਸੀਮਾ ਨੂੰ ਕਿਵੇਂ ਕੱਸ ਕੇ ਰੱਖਦਾ ਹਾਂ। ਉਸ ਦੀ ਸਾਰੀ ਪੜ੍ਹਾਈ ਲਿਖਾਈ ਨਾ ਭੁਲਾ ਦਿੱਤੀ ਤਾਂ ਮੇਰਾ ਨਾਂ ਪਿੰਟੂ ਨਹੀਂ। ਮੈਨੂੰ ਪਿੰਟੂ ਨਾਲ ਬਹੁਤ ਨਫ਼ਰਤ ਹੋ ਗਈ ਸੀ। ਮਾਂ ਨਾਲ ਵੀ ਮੈਂ ਇਸ ਸੰਬੰਧੀ ਗੱਲ ਕਰਦੀ ਸੀ। ਉਹ ਬਹੁਤ ਪਰੇਸ਼ਾਨ ਹੋ ਜਾਂਦੇ ਸਨ। ਆਖਣ ਲੱਗੀ ਕਿ ਪਰਮਾਤਮਾ ਤੇਰੀ ਦਾਦੀ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹ ਤਾਂ ਮਰ ਗਈ, ਪਿੱਛੇ ਤੇਰੇ ਲਈ ਇਹ ਫਾਲਤੂ ਦੇ ਰਿਸ਼ਤੇ ਤੈਅ ਕਰ ਗਈ। ਉਹਨਾਂ ਨੇ ਬਚਪਨ 'ਚ ਹੀ ਮੇਰਾ ਰਿਸ਼ਤਾ ਪਿੰਟੂ ਨਾਲ ਤੈਅ ਕਰਕੇ ਬਹੁਤ ਬੁਰਾ ਕੀਤਾ ਸੀ। ਮਾਂ ਪਿਤਾ ਜੀ ਨਾਲ ਗੱਲ ਕਰਦੀ ਤਾਂ ਉਹ ਆਖਦੇ ਕਿ ਕੋਈ ਗੱਲ ਨਹੀਂ, ਅਜੇ ਪਿੰਟੂ ਬੱਚਾ ਹੈ, ਖੁਦ ਹੀ ਸਮਝ ਜਾਵੇਗਾ। ਖੈਰ ਕੁਝ ਸਾਲ ਬੀਤ ਗਏ। ਮੇਰੇ ਵੱਡੇ ਭਰਾ ਨੇ ਪਿੰਡ 'ਚ ਹਸਪਤਾਲ ਬਣਾਉਣ ਦੀ ਅਪੀਲ ਕੀਤੀ ਹੋਈ ਸੀ। ਉਹਨਾਂ ਦਿਨਾਂ 'ਚ ਇੱਕ ਕਮੇਟੀ ਪਿੰਡ 'ਚ ਆਈ ਸੀ। ਉਹ ਜ਼ਮੀਨ ਵਗੈਰਾ ਦਾ ਨਾਪ ਲੈਣ ਆਈ ਸੀ। ਫਿਰ ਪਿੰਡ 'ਚ ਇੱਕ ਬਹੁਤ ਹੀ ਵੱਡੇ ਹਸਪਤਾਲ ਦੀ ਨੀਂਹ ਰੱਖੀ ਗਈ ਸੀ। ਸ਼ਹਿਰ ਤੋਂ ਬਹੁਤ ਹੀ ਵੱਡੇ ਵੱਡੇ ਲੋਕ ਪਿੰਡ 'ਚ ਕੰਮ ਕਰਨ ਲਈ ਆਏ ਸਨ। ਉਹ ਸਾਰੇ ਸਾਡੇ ਬਾਹਰ ਵਾਲੇ ਘਰ 'ਚ ਠਹਿਰੇ ਸਨ। ਉੱਥੇ ਹੀ ਉਹ ਵਾਪਸ ਚਲੇ ਜਾਂਦੇ ਸਨ। ਪਰ ਇੱਕ ਅਜਿਹਾ ਆਦਮੀ ਜੋ ਵਾਪਸ ਨਹੀਂ ਗਿਆ ਸੀ, ਉਸ ਦਾ ਨਾਂ ਸੀ ਪ੍ਰਦੀਪ। ਉਸ ਨੂੰ ਪਿੰਡ ਦੀ ਹਵਾ ਬਹੁਤ ਚੰਗੀ ਲੱਗੀ ਸੀ। ਇਸ ਲਈ ਉਸਨੇ ਪਿਤਾ ਜੀ ਤੋਂ ਇਜਾਜ਼ਤ ਲੈ ਕੇ ਆਪਣਾ ਕੰਮ 2 ਹਫ਼ਤਿਆਂ ਲਈ ਵਧਾ ਲਿਆ ਸੀ। ਪ੍ਰਦੀਪ ਟਿਕ ਕੇ ਨਹੀਂ ਬੈਠਿਆ ਸੀ। ਉਹ ਹਰ ਸਮੇਂ ਪਿੰਡ ਦੀ ਸੈਰ 'ਤੇ ਰਹਿੰਦਾ। ਇੱਕ ਦਿਨ ਮੈਂ ਆਪਣੀਆਂ ਸਹੇਲੀਆਂ ਨਾਲ ਖੇਤਾਂ ਦੀ ਸੈਰ ਕਰਨ ਨਿਕਲੀ ਸੀ ਤਾਂ ਮੇਰੀ ਨਜ਼ਰ ਪ੍ਰਦੀਪ 'ਤੇ ਪਈ ਸੀ। ਉਹ ਤਾਂ ਜਿਵੇਂ ਰੁਕ ਜਿਹਾ ਗਿਆ ਸੀ। ਉਹ ਮੇਰੇ 'ਚ ਗਵਾਚ ਗਿਆ ਸੀ ਤੇ ਮੈਂ ਉਸ 'ਚ। ਇਸ ਤੋਂ ਬਾਅਦ ਚੋਰੀ ਪ੍ਰਦੀਪ ਨੂੰ ਮਿਲਣ ਆਉਂਦੀ ਸੀ। ਇੱਕ ਵਾਰ ਉਸ ਨੂੰ ਮਿਲਣ ਗਈ ਤਾਂ ਉਸਨੇ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ। ਮੈਂ ਮਾਂ ਦੇ ਫੋਨ ਤੋਂ ਉਸ ਨਾਲ ਗੱਲ ਕਰਦੀ ਸੀ। ਸਾਡੇ ਦੋਵਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਿਆ ਸੀ। ਉਹ ਆਖਣ ਲੱਗਿਆ ਕਿ ਮੈਂ ਤੈਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਚਾਹੁੰਦਾ ਹਾਂ। ਤਾਂ ਮੈਂ ਉਸ ਨੂੰ ਪਿੰਟੂ ਬਾਰੇ ਸਭ ਕੁਝ ਦੱਸ ਦਿੱਤਾ। ਉਹ ਮੇਰੀ ਗੱਲ ਸੁਣ ਬਹੁਤ ਹੈਰਾਨ ਹੋਇਆ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰਾ ਰਿਸ਼ਤਾ ਲੈ ਕੇ ਆਓ, ਕੀ ਪਤਾ ਪਿਤਾ ਜੀ ਮੇਰੇ 'ਤੇ ਤਰਸ ਹੀ ਖਾ ਲੈਣ। ਪ੍ਰਦੀਪ ਨੇ ਹਾਮੀ ਭਰੀ ਸੀ। ਉਹ ਵਾਪਸ ਸ਼ਹਿਰ ਚਲਾ ਗਿਆ ਸੀ ਤੇ ਪੂਰੇ 1 ਹਫ਼ਤੇ ਬਾਅਦ ਆਪਣੀ ਭੈਣ ਤੇ ਮਾਂ ਨੂੰ ਨਾਲ ਲੈ ਕੇ ਆਇਆ ਸੀ। ਉਸਨੇ ਮੇਰਾ ਰਿਸ਼ਤਾ ਮੰਗਿਆ ਸੀ, ਪਰ ਮੇਰੇ ਪਿਤਾ ਜੀ ਨੇ ਇਹ ਆਖ ਕੇ ਮਨਾ ਕਰ ਦਿੱਤਾ ਕਿ ਸਾਡੀ ਬੇਟੀ ਦਾ ਰਿਸ਼ਤਾ ਪਹਿਲਾਂ ਤੋਂ ਤੈਅ ਹੋ ਗਿਆ ਹੈ, ਨਹੀਂ ਤਾਂ ਮੈਂ ਜ਼ਰੂਰ ਤੁਹਾਨੂੰ ਕਦੇ ਖਾਲੀ ਨਾ ਜਾਣ ਦਿੰਦਾ। ਮੇਰਾ ਦਿਲ ਇਹ ਫੈਸਲਾ ਸੁਣ ਕੇ ਬਹੁਤ ਦੁਖੀ ਸੀ। ਇੱਕ ਪਾਸੇ ਪ੍ਰਦੀਪ ਵਰਗਾ ਚੰਗਾ ਆਦਮੀ, ਪਿਆਰ ਕਰਨ ਵਾਲਾ, ਤੇ ਦੂਜੇ ਪਾਸੇ ਪਿੰਟੂ ਵਰਗਾ ਘਟੀਆ ਆਦਮੀ। ਮੈਂ ਹਰ ਸਮੇਂ ਰੋਂਦੀ ਰਹਿੰਦੀ ਸੀ। ਮੇਰੀ ਭਾਬੀ ਤੇ ਮਾਂ ਮੇਰਾ ਦਿਲ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਇੱਕ ਦਿਨ ਮੈਂ ਪਿਤਾ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਮੈਂ ਪਿੰਟੂ ਨਾਲ ਵਿਆਹ ਨਹੀਂ ਕਰ ਸਕਦੀ। ਤੁਸੀਂ ਚਾਹੇ ਕਿਸੇ ਲੂਲੇ ਲੰਗੜੇ ਨਾਲ ਮੇਰਾ ਵਿਆਹ ਕਰ ਦਿਓ, ਮੈਂ ਮਨਾ ਨਹੀਂ ਕਰਾਂਗੀ। ਪਿਤਾ ਜੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਤੇ ਬੋਲੇ ਕਿ ਧੀਏ, ਮੈਂ ਆਪਣੀ ਮਰੀ ਮਾਂ ਦੀ ਆਖਰੀ ਇੱਛਾ ਨੂੰ ਤੋੜ ਨਹੀਂ ਸਕਦਾ। ਉਹਨਾਂ ਦੀ ਗੱਲ ਸੁਣ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਕਿਹਾ ਕਿ ਮਰਨ ਵਾਲਿਆਂ ਦੇ ਪਿੱਛੇ ਮੈਨੂੰ ਜਿਉਂਦੇ ਜੀ ਕਿਉਂ ਮਾਰਦੇ ਹੋ। ਮੇਰੀ ਗੱਲ ਸੁਣ। ਉਹ ਕਮਰੇ 'ਚੋਂ ਬਾਹਰ ਚਲੇ ਗਏ। ਮੈਂ ਪ੍ਰਦੀਪ ਨੂੰ ਫੋਨ ਕੀਤਾ ਸੀ। ਮੈਂ ਬਹੁਤ ਜ਼ਿਆਦਾ ਰੋ ਰਹੀ ਸੀ। ਉਹ ਆਖਣ ਲੱਗਿਆ ਕਿ ਤੂੰ ਫਿਕਰ ਨਾ ਕਰ ਸੀਮਾ, ਮੈਂ ਤੈਨੂੰ ਇਸ ਤਰ੍ਹਾਂ ਬਰਬਾਦ ਹੋਣ ਨਹੀਂ ਦੇਵਾਂਗਾ। ਮੈਂ ਤੈਨੂੰ ਲੈਣ ਆ ਰਿਹਾ ਹਾਂ। ਤੇ ਫਿਰ ਪ੍ਰਦੀਪ ਰਾਤ ਨੂੰ ਮੈਨੂੰ ਲੈਣ ਆਇਆ। ਮੈਂ ਵੀ ਉਸ ਨਾਲ ਚਲੀ ਗਈ। ਮੈਨੂੰ ਪਤਾ ਸੀ ਕਿ ਮੇਰੇ ਇਸ ਫੈਸਲੇ ਨਾਲ ਮੇਰੇ ਪਿਤਾ ਜੀ ਦੀ ਬਹੁਤ ਬਦਨਾਮੀ ਹੋਵੇਗੀ। ਮੈਂ ਮਜਬੂਰ ਸੀ। ਮੈਂ ਪ੍ਰਦੀਪ ਨੂੰ ਗਵਾਉਣਾ ਨਹੀਂ ਸੀ ਚਾਹੁੰਦੀ। ਖੈਰ ਅਸੀਂ ਦੋਵੇਂ ਸ਼ਹਿਰ ਪਹੁੰਚ ਗਏ ਸੀ। ਪ੍ਰਦੀਪ ਨੇ ਮੇਰੇ ਨਾਲ ਮੰਦਰ 'ਚ ਵਿਆਹ ਕਰ ਲਿਆ ਸੀ। ਮੈਨੂੰ ਆਪਣੇ ਘਰ ਲੈ ਗਿਆ। ਪਰ ਜਦੋਂ ਉਸ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅਸੀਂ ਭੱਜ ਕੇ ਵਿਆਹ ਕੀਤਾ ਹੈ ਤਾਂ ਉਸਨੇ ਮੇਰੇ ਨਾਲ ਬਹੁਤ ਝਗੜਾ ਕੀਤਾ ਸੀ। ਉਹ ਆਖਣ ਲੱਗੀ ਕਿ ਬੇਟਾ, ਤੂੰ ਪਿੰਡ ਦੇ ਚੌਧਰੀ ਦਾ ਮੁਕਾਬਲਾ ਨਹੀਂ ਕਰ ਸਕਦਾ। ਮੈਨੂੰ ਡਰ ਹੈ ਕਿ ਉਹ ਤੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ। ਪ੍ਰਦੀਪ ਇੱਕ ਕਰੋੜਪਤੀ ਪਿਤਾ ਦੀ ਔਲਾਦ ਸੀ। ਉਹ ਆਪਣਾ ਬਿਜ਼ਨਸ ਸੰਭਾਲਦਾ ਸੀ। ਮੇਰੀ ਸੱਸ ਥੋੜੀ ਵੱਖਰੀ ਤਰ੍ਹਾਂ ਦੀ ਸੀ। ਉਹ ਘਰੋਂ ਭੱਜੀ ਲੜਕੀ ਨੂੰ ਬਹੂ ਸਵੀਕਾਰ ਕਰਨ 'ਚ ਬਿਲਕੁਲ ਤਿਆਰ ਨਹੀਂ ਸੀ।
ਉਸਨੇ ਮੇਰੇ ਤੇ ਪ੍ਰਦੀਪ ਦਰਮਿਆਨ ਫੁੱਟ ਪਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਪ੍ਰਦੀਪ ਬਹੁਤ ਹੀ ਚੰਗਾ ਇਨਸਾਨ ਸਾਬਤ ਹੋਇਆ ਸੀ। ਉਸਨੇ ਮੇਰਾ ਬਹੁਤ ਖਿਆਲ ਰੱਖਿਆ ਸੀ। ਜ਼ਿੰਦਗੀ ਦੇ ਹਰ ਮੋੜ ਤੇ ਮੈਨੂੰ ਇੱਜ਼ਤ ਤੇ ਮਾਨ ਸਨਮਾਨ ਦਿੱਤਾ ਸੀ। ਇਹ ਵੀ ਮਾਲਕ ਦੀ ਕਿਰਪਾ ਸੀ ਕਿ ਘਰੋਂ ਭੱਜਣ ਤੋਂ ਬਾਅਦ ਮੇਰੇ ਭਰਾਵਾਂ ਤੇ ਪਿਤਾ ਨੇ ਮੇਰਾ ਪਿੱਛਾ ਨਹੀਂ ਕੀਤਾ ਸੀ, ਨਹੀਂ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ। ਪਰ ਜ਼ਿੰਦਗੀ ਤਾਂ ਹੁਣ ਵੀ ਬੇਹਾਲ ਸੀ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ। ਮੈਨੂੰ ਇਹੀ ਖਿਆਲ ਆਉਂਦਾ ਸੀ ਕਿ ਮੇਰੇ ਨਾਲ ਇਹ ਸਭ ਮੇਰੇ ਪਿਤਾ ਦੀ ਹਾਇ ਲੱਗਣ ਕਾਰਨ ਹੋਇਆ ਸੀ। ਇਸ ਲਈ ਮੈਂ ਮਾਂ ਨੂੰ ਫੋਨ ਕੀਤਾ ਸੀ। ਮਾਂ ਨਾਲ ਗੱਲ ਕਰਕੇ ਮੇਰਾ ਦਿਲ ਬਹੁਤ ਹਲਕਾ ਹੋ ਜਾਂਦਾ ਸੀ। ਉਹ ਮੇਰੀ ਮਾਂ ਸੀ, ਉਹਨਾਂ ਦਾ ਦਿਲ ਮੇਰੇ ਲਈ ਤੜਫਦਾ ਸੀ। ਖੈਰ, ਹੁਣ ਮੈਂ ਆਪਣੇ ਪਤੀ ਲਈ ਦੂਜੀ ਪਤਨੀ ਲੱਭਣਾ ਸ਼ੁਰੂ ਕਰ ਦਿੱਤਾ ਸੀ। ਹਾਲਾਤ ਜਿਹੋ ਜਿਹੇ ਵੀ ਸਨ, ਮੈਂ ਆਪਣੀ ਸੱਸ ਦੇ ਸਾਹਮਣੇ ਹਾਰ ਨਹੀਂ ਮੰਨ ਸਕਦੀ ਸੀ। ਆਖਰ ਮੇਰੀਆਂ ਰਗਾਂ 'ਚ ਵੀ ਤਾਂ ਚੌਧਰੀਆਂ ਦਾ ਹੀ ਖੂਨ ਸੀ। ਮੈਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਤਬਾਹ ਹੋਣ ਨਹੀਂ ਦੇਣਾ ਚਾਹੁੰਦੀ ਸੀ। ਇਸ ਲਈ ਮੈਂ ਸੱਸ ਤੋਂ ਚੋਰੀ ਮੁਹੱਲੇ ਦੀ ਇੱਕ ਔਰਤ ਨੂੰ ਕੁਝ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ। ਮੈਂ ਉਸ ਨੂੰ ਕਿਹਾ ਸੀ ਕਿ ਤੂੰ ਮੈਨੂੰ ਕਿਸੇ ਮਜਬੂਰ ਤੇ ਲਾਚਾਰ ਲੜਕੀ ਦਾ ਰਿਸ਼ਤਾ ਲੱਭ ਕੇ ਦੇ, ਤੇ ਇਸ ਗੱਲ ਦੀ ਖਬਰ ਕਿਸੇ ਨੂੰ ਨਹੀਂ ਲੱਗਣੀ ਚਾਹੀਦੀ। ਰਾਧਾ ਆਂਟੀ ਮੰਨ ਗਈ ਸੀ। ਉਂਝ ਵੀ ਰਾਧਾ ਆਂਟੀ ਵਿਧਵਾ ਸੀ ਤੇ ਉਸਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਥੋੜੇ ਦਿਨਾਂ ਤੱਕ ਉਹ ਬਹੁਤ ਖੁਫੀਆ ਤਰੀਕੇ ਨਾਲ ਮੈਨੂੰ ਆਪਣੇ ਘਰੇ ਬੁਲਾਉਂਦੀ ਸੀ। ਉਸਨੇ ਮੇਰੇ ਸਾਹਮਣੇ ਲੜਕੀ ਦੀ ਤਸਵੀਰ ਰੱਖ ਦਿੱਤੀ ਸੀ। ਮੈਂ ਤਾਂ ਉਸਦਾ ਹੁਸਨ ਦੇਖ ਕੇ ਹੀ ਦੰਗ ਰਹਿ ਗਈ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਚੰਨ ਦਾ ਟੁਕੜਾ ਹੈ। ਰਾਧਾ ਆਂਟੀ ਆਖਣ ਲੱਗੀ ਕਿ ਇਹ ਲੜਕੀ ਬੇਸਹਾਰਾ ਹੈ ਤੇ ਇਸ ਨੂੰ ਸਹਾਰੇ ਲਈ ਮਦਦ ਚਾਹੀਦੀ ਹੈ। ਇਹ ਆਪਣੇ ਚਾਚੇ ਦੇ ਘਰੇ ਰਹਿੰਦੀ ਹੈ। ਇਸ ਦੇ ਮਾਤਾ ਪਿਤਾ ਮਰ ਚੁੱਕੇ ਹਨ, ਪਰ ਹੁਣ ਉਸਦੇ ਚਾਚੇ ਦਾ ਬੇਟਾ ਇਸ ਨੂੰ ਦੇਖਣਾ ਨਹੀਂ ਚਾਹੁੰਦਾ। ਇਸ ਲਈ ਉਸਦਾ ਚਾਚਾ ਚਾਹੁੰਦਾ ਹੈ ਕਿ ਇਸ ਦੀ ਛੇਤੀ ਤੋਂ ਛੇਤੀ ਵਿਆਹ ਕਰ ਦਿੱਤਾ ਜਾਵੇ ਤੇ ਉਸ ਦੀ ਜਾਨ ਵੀ ਇਸ ਘਰ ਚੋਂ ਛੁੱਟ ਜਾਵੇ। ਮੈਂ ਕਦੇ ਵੀ ਆਪਣੇ ਪਤੀ ਦਾ ਵਿਆਹ ਇਸ ਨਾਲ ਨਹੀਂ ਕਰਾਂਗੀ। ਉਸ ਦਾ ਹੁਸਨ ਤਾਂ ਦੇਖੋ, ਮੇਰਾ ਪਤੀ ਤਾਂ ਇਸ ਦੇ ਇਸ਼ਕ 'ਚ ਪਾਗਲ ਹੋ ਜਾਵੇਗਾ। ਤੁਸੀਂ ਕੋਈ ਹੋਰ ਲੜਕੀ ਲੱਭੋ। ਰਾਧਾ ਆਂਟੀ ਆਖਣ ਲੱਗੀ, ਧੀਏ, ਇਹ ਰਿਸ਼ਤਾ ਬਹੁਤ ਚੰਗਾ ਹੈ, ਇਸ ਨੂੰ ਹੱਥੋਂ ਨਾ ਜਾਣ ਦੇ। ਇਹ ਬਹੁਤ ਸਿੱਧੀ ਸਾਦੀ ਲੜਕੀ ਹੈ, ਤੇਰੇ ਸਾਹਮਣੇ ਦਬ ਕੇ ਰਹੇਗੀ। ਮੇਰਾ ਜੀ ਤਾਂ ਨਹੀਂ ਮੰਨਦਾ ਸੀ, ਪਰ ਮੈਂ ਕੋਈ ਹੋਰ ਰਿਸ਼ਤਾ ਵੀ ਲੱਭਣ ਤੋਂ ਮੁਹਤਾਜ ਸੀ। ਇਸ ਲਈ ਸ਼ੀਲਾ ਦਾ ਰਿਸ਼ਤਾ ਸਵੀਕਾਰ ਕਰ ਲਿਆ ਸੀ। ਮੈਂ ਤਸਵੀਰ ਲੈ ਕੇ ਘਰ ਪਹੁੰਚੀ ਤਾਂ ਬਹੁਤ ਅਜੀਬ ਜਿਹਾ ਦ੍ਰਿਸ਼ ਮੈਨੂੰ ਦੇਖਣ ਨੂੰ ਮਿਲਿਆ। ਮੇਰਾ ਪਤੀ ਇੱਕ ਸੋਫੇ ਤੇ ਬੈਠਾ ਸੀ, ਜਦੋਂ ਕਿ ਮੇਰੀ ਸੱਸ ਤੇ ਨਨਾਣ ਉਸਦੇ ਸਾਹਮਣੇ ਬੈਠੀਆਂ ਸਨ। ਮੇਰੀ ਨਨਾਣ ਬੋਲੀ, ਵੀਰੇ, ਤੁਸੀਂ ਇੱਕ ਬਾਂਝ ਲੜਕੀ ਨਾਲ ਜ਼ਿੰਦਗੀ ਕਿਉਂ ਬਿਤਾਉਣਾ ਚਾਹੁੰਦੇ ਹੋ? ਮੇਰੀ ਮੰਨੋ ਤਾਂ ਦੂਜਾ ਵਿਆਹ ਕਰ ਲਓ। ਮੈਂ ਤੇ ਮਾਂ ਨੇ ਮਿਲ ਕੇ ਤੁਹਾਡੇ ਲਈ ਬਹੁਤ ਹੀ ਸੋਹਣੀ ਲੜਕੀ ਲੱਭੀ ਹੈ। ਤੁਸੀਂ ਬਹੁਤ ਖੁਸ਼ ਰਹੋਗੇ ਉਸ ਦੇ ਨਾਲ। ਪ੍ਰਦੀਪ ਬੋਲਿਆ, ਤੁਸੀਂ ਦੋਵੇਂ ਹੁਣ ਬਸ ਕਰੋ। ਮੈਂ ਪਸੰਦ ਦਾ ਵਿਆਹ ਕਰ ਰੱਖਿਆ ਹੈ। ਕੋਈ ਐਨਾ ਬੁਰਾ ਜ਼ੁਰਮ ਨਹੀਂ ਕੀਤਾ ਕਿ ਤੁਸੀਂ ਮੈਨੂੰ ਹਰ ਸਮੇਂ ਵਿਆਹ ਲਈ ਕੋਸਦੇ ਰਹਿੰਦੇ ਹੋ। ਮੈਂ ਤੁਹਾਨੂੰ ਆਖ ਦਿੱਤਾ ਤਾਂ ਆਖ ਦਿੱਤਾ। ਸੀਮਾ ਤੋਂ ਇਲਾਵਾ ਕਿਸੇ ਨੂੰ ਸਵੀਕਾਰ ਨਹੀਂ ਕਰਾਂਗਾ। ਉਹ ਮੇਰੀ ਪਤਨੀ ਹੈ ਤੇ ਮਰਦੇ ਦਮ ਤੱਕ ਉਹੀ ਰਹੇਗੀ। ਉਹਨਾਂ ਦੀ ਗੱਲ ਤੋਂ ਬਾਅਦ ਮੈਂ ਹਿੰਮਤ ਕਰਕੇ ਅੱਗੇ ਵਧੀ ਤਾਂ ਮੇਰੀ ਸੱਸ ਤੇ ਨਨਾਣ ਦੀ ਨਜ਼ਰ ਮੇਰੇ ਤੇ ਪਈ ਸੀ। ਉਹ ਬਹੁਤ ਜ਼ਿਆਦਾ ਘਬਰਾ ਗਈਆਂ ਸਨ। ਮੈਂ ਉਹਨਾਂ ਦੇ ਪੈਰੀ ਹੱਥ ਲਾਏ ਤੇ ਆਪਣੇ ਕਮਰੇ ਚਲੀ ਗਈ। ਥੋੜੀ ਦੇਰ ਬਾਅਦ ਪ੍ਰਦੀਪ ਵੀ ਮੇਰੇ ਮਗਰ ਹੀ ਆ ਗਿਆ। ਉਹ ਆਖਣ ਲੱਗਿਆ ਕਿ ਸੀਮਾ, ਤੂੰ ਮਾਂ ਤੇ ਭੈਣ ਦੀਆਂ ਗੱਲਾਂ ਦਿਲ ਤੇ ਨਾ ਲਾਈ। ਮੈਂ ਬੋਲੀ ਕਿ ਪ੍ਰਦੀਪ, ਤੁਸੀਂ ਦੂਜਾ ਵਿਆਹ ਕਰ ਲਓ। ਇਹ ਸੁਣ ਪ੍ਰਦੀਪ ਹੈਰਾਨ ਰਹਿ ਗਿਆ। ਉਹ ਆਖਣ ਲੱਗਾ ਕਿ ਮੈਂ ਅਜਿਹਾ ਬਿਲਕੁਲ ਨਹੀਂ ਕਰ ਸਕਦਾ। ਮੈਂ ਬੋਲੀ ਕਿ ਪ੍ਰਦੀਪ, ਤੁਹਾਨੂੰ ਦੂਜੇ ਵਿਆਹ ਦੀ ਇਜਾਜ਼ਤ ਦਿੰਨੀ ਹਾਂ, ਪਰ ਤੁਸੀਂ ਮੇਰੀ ਪਸੰਦ ਦੀ ਲੜਕੀ ਨਾਲ ਹੀ ਵਿਆਹ ਕਰੋਗੇ, ਆਪਣੀ ਮਾਂ ਦੀ ਪਸੰਦ ਦੀ ਲੜਕੀ ਨਾਲ ਨਹੀਂ। ਪਰ ਪ੍ਰਦੀਪ ਨਾ ਹੀ ਕਰਦਾ ਰਿਹਾ। ਮੈਂ ਆਖਿਆ ਕਿ ਪ੍ਰਦੀਪ, ਮੈਨੂੰ ਵੀ ਔਲਾਦ ਦੀ ਇੱਛਾ ਹੈ। ਤੁਹਾਡਾ ਵਿਆਹ ਹੋ ਜਾਵੇਗਾ ਤਾਂ ਸਾਡੇ ਘਰ ਬੱਚੇ ਆ ਜਾਵੇਗਾ। ਇਹ ਸੁਣ ਪ੍ਰਦੀਪ ਨਾ ਕਰਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ। ਸੱਚ ਤਾਂ ਇਹ ਸੀ ਕਿ ਮੈਨੂੰ ਵੀ ਔਲਾਦ ਦੀ ਇੱਛਾ ਨਹੀਂ ਸੀ। ਮੈਂ ਤਾਂ ਇਹ ਸਭ ਪ੍ਰਦੀਪ ਨੂੰ ਖੋਣ ਦੇ ਡਰ ਕਰਕੇ ਕਰ ਰਹੀ ਸੀ। ਖੈਰ, ਫਿਰ ਕੁਝ ਦਿਨ ਮੇਰੇ ਤੇ ਪ੍ਰਦੀਪ ਵਿਚਕਾਰ ਨਾਰਾਜ਼ਗੀ ਰਹੀ, ਪਰ ਮੈਂ ਉਸ ਨੂੰ ਰੋ ਕੇ ਦੂਜੇ ਵਿਆਹ ਲਈ ਰਾਜ਼ੀ ਕਰ ਲਿਆ ਸੀ।
ਫਿਰ ਜਿਸ ਦਿਨ ਸ਼ੀਲਾ ਵਿਆਹ ਕੇ ਸਾਡੇ ਘਰ ਆਈ ਸੀ ਤਾਂ ਸੱਸ ਨੇ ਖੂਬ ਹੰਗਾਮਾ ਕੀਤਾ ਸੀ। ਉਸਨੇ ਪ੍ਰਦੀਪ ਨਾਲ ਵੀ ਲੜਾਈ ਕੀਤੀ ਸੀ। ਘੱਟੋ ਘੱਟ ਦੂਜਾ ਵਿਆਹ ਤਾਂ ਮੇਰੀ ਮਰਜ਼ੀ ਨਾਲ ਕਰ ਲੈਂਦਾ। ਸੱਸ ਨੂੰ ਇੰਜ ਰੋਲਾ ਪਾਉਂਦਾ ਦੇਖ ਮੈਨੂੰ ਥੋੜ੍ਹਾ ਸਕੂਨ ਮਿਲ ਰਿਹਾ ਸੀ, ਪਰ ਮੈਂ ਵੀ ਸਾਰੀ ਰਾਤ ਅੰਗਿਆਰਾਂ 'ਤੇ ਬਿਤਾਈ ਸੀ। ਮੈਂ ਸਾਰੀ ਰਾਤ ਰੋਂਦੀ ਰਹੀ। ਜਿਸ ਆਦਮੀ ਦੀਆਂ ਅੱਖਾਂ ਸਿਰਫ ਮੇਰੇ ਲਈ ਪਿਆਰ ਹੁੰਦਾ ਸੀ, ਅੱਜ ਉਹ ਕਿਸੇ ਹੋਰ ਨੂੰ ਦੇਖ ਕੇ ਮੁਸਕਰਾ ਰਿਹਾ ਹੋਵੇਗਾ। ਸਵੇਰ ਹੋਈ ਤਾਂ ਮੈਂ ਆਪਣੇ ਕਮਰੇ 'ਚੋਂ ਨਿਕਲੀ, ਕਿਉਂਕਿ ਮੈਂ ਪ੍ਰਦੀਪ ਨੂੰ ਮਿਲਣਾ ਚਾਹੁੰਦੀ ਸੀ, ਪਰ ਉਹ ਦਿਨ ਦੇ 11 ਵਜੇ ਤੱਕ ਵੀ ਕਮਰੇ 'ਚੋਂ ਨਹੀਂ ਨਿਕਲਿਆ ਸੀ। ਮੈਂ ਆਪਣੀ ਸੌਕਣ ਸ਼ੀਲਾ ਤੋਂ ਪੁੱਛਿਆ ਤਾਂ ਆਖਣ ਲੱਗੀ ਕਿ ਪ੍ਰਦੀਪ ਤਾਂ ਸੋ ਰਹੇ ਹਨ। ਮੈਂ ਉਸ ਵੱਲ ਘੂਰ ਕੇ ਦੇਖਿਆ ਤੇ ਬੋਲੀ ਕਿ ਤੂੰ ਉਸਨੂੰ ਜਗਾਇਆ ਕਿਉਂ ਨਹੀਂ। ਸ਼ੀਲਾ ਰੋਣ ਲੱਗੀ ਸੀ ਤੇ ਬੋਲੀ ਕਿ ਪ੍ਰਦੀਪ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਇਹ ਵਿਆਹ ਸਿਰਫ ਤੁਹਾਡੀ ਰਜ਼ਾਮੰਦੀ ਕਰਕੇ ਕੀਤਾ ਹੈ। ਹੁਣ ਮੈਂ ਕਿਸ ਤਰ੍ਹਾਂ ਉਹਨਾਂ 'ਤੇ ਆਪਣਾ ਹੱਕ ਜਤਾਵਾਂ? ਨਹੀਂ ਤਾਂ ਉਹ ਮੈਨੂੰ ਤਲਾਕ ਦੇ ਦੇਣਗੇ ਤੇ ਘਰੋਂ ਕੱਢ ਦੇਣਗੇ। ਮੈਂ ਤੁਹਾਡੇ ਤੋਂ ਮਾफ़ੀ ਮੰਗਦੀ ਹਾਂ। ਮੈਂ ਉਹਨਾਂ ਨੂੰ ਜਗਾਉਣ ਦੀ ਹਿੰਮਤ ਨਹੀਂ ਕਰ ਸਕਦੀ। ਜੇਕਰ ਉਹਨਾਂ ਨੇ ਮੈਨੂੰ ਆਪਣੇ ਘਰੋਂ ਕੱਢ ਦਿੱਤਾ ਤਾਂ ਮੈਂ ਕਿੱਥੇ ਜਾਵਾਂਗੀ? ਚਾਚਾ ਦੇ ਘਰ ਜਾਣ ਦਾ ਸੋਚ ਵੀ ਨਹੀਂ ਸਕਦੀ। ਮੈਂ ਦਿਲ ਹੀ ਦਿਲ ਰਾਧਾ ਆਂਟੀ ਨੂੰ ਦੁਆਵਾਂ ਦੇ ਦਿੱਤੀਆਂ ਸਨ। ਉਸਨੇ ਸੱਚਮੁੱਚ ਬਹੁਤ ਹੀ ਮਜਬੂਰ ਲੜਕੀ ਲੱਭ ਕੇ ਦਿੱਤੀ ਸੀ, ਪਰ ਮੈਂ ਸੋਚਿਆ ਕਿ ਪ੍ਰਦੀਪ ਮੇਰੇ ਨਾਲ ਨਾਰਾਜ਼ ਹੋਣਗੇ। ਜਦੋਂ ਮੁੜ ਠੀਕ ਹੋ ਜਾਵੇਗਾ ਤਾਂ ਖੁਦ ਕਮਰੇ 'ਚੋਂ ਬਾਹਰ ਆ ਜਾਣਗੇ। ਇਹ ਮੇਰਾ ਬੇਕਾਰ ਦਾ ਖਿਆਲ ਸੀ। ਪ੍ਰਦੀਪ ਦੇ ਵਿਆਹ ਨੂੰ 5 ਦਿਨ ਹੋ ਚੁੱਕੇ ਸਨ, ਪਰ ਉਹ ਅਜੇ ਤੱਕ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ ਸੀ। ਮੈਨੂੰ ਹੁਣ ਅਜੀਬ ਜਿਹੇ ਖਿਆਲ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਜਦੋਂ ਸ਼ੀਲਾ ਰਸੋਈ 'ਚ ਰੁੱਝੀ ਹੋਈ ਸੀ ਤਾਂ ਮੈਂ ਉਸਦੇ ਕਮਰੇ 'ਚ ਚਲੀ ਗਈ। ਪ੍ਰਦੀਪ ਆਪਣੇ ਮੋਬਾਈਲ 'ਤੇ ਬਿਜ਼ੀ ਸੀ। ਪੈਰ ਚਾਲ ਸੁਣ ਬੋਲਿਆ, ਆ ਗਈ ਮੇਰੀ ਪਿਆਰੀ ਸ਼ੀਲਾ। ਇਹ ਸ਼ਬਦ ਹਥੌੜੇ ਵਾਂਗ ਮੇਰੇ ਕੰਨਾਂ 'ਤੇ ਵੱਜ ਰਹੇ ਸਨ। ਮੈਂ ਵਾਪਸ ਪਲਟੀ ਕਿ ਸਿਰਫ 5 ਦਿਨਾਂ 'ਚ ਹੀ ਸ਼ੀਲਾ ਪ੍ਰਦੀਪ ਲਈ ਪਿਆਰੀ ਹੋ ਗਈ ਹੈ। ਮੇਰੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਮੇਰਾ ਦਿਲ ਬਹੁਤ ਹੀ ਜ਼ੋਰ ਨਾਲ ਧੜਕ ਰਿਹਾ ਸੀ। ਇਸ ਲਈ ਸੱਸ ਦੇ ਕਮਰੇ ਵੱਲ ਵਧੀ। ਮੈਨੂੰ ਪਤਾ ਲੱਗਿਆ ਕਿ ਮੇਰੀ ਤਾਂ ਨਾਨ ਵੀ ਆਈ ਹੋਈ ਹੈ। ਮੇਰੀ ਸੱਸ ਆਪਣੀ ਧੀ ਨੂੰ ਆਖ ਰਹੀ ਸੀ ਕਿ ਤੂੰ ਫਿਰ ਮੇਰੀ ਖੇਡ ਨੂੰ ਮੰਨਦੀ ਹੈ ਨਾ। ਮੈਂ ਕਿਹੋ ਜਿਹੀ ਚਾਲ ਚੱਲੀ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਸੀਮਾ ਵਿਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਸਨੇ ਆਪਣੇ ਪਤੀ ਦਾ ਦੂਜਾ ਵਿਆਹ ਜਿਸ ਲੜਕੀ ਨਾਲ ਕੀਤਾ ਹੈ ਉਹ ਮੇਰੀ ਪਸੰਦ ਦੀ ਸੀ, ਤੇ ਫਿਰ ਪ੍ਰਦੀਪ ਵੀ ਪਹਿਲੇ ਦਿਨ ਤੋਂ ਹੀ ਉਸ 'ਤੇ ਫਿਦਾ ਹੋ ਗਿਆ ਸੀ। ਇਹ ਸਭ ਤਾਂ ਰਾਧਾ ਦੀ ਮਦਦ ਨਾਲ ਹੋਇਆ ਹੈ। ਸੀਮਾ ਨੂੰ ਤਾਂ ਪਤਾ ਵੀ ਨਹੀਂ ਕਿ ਉਹ ਕਿਸ ਨੂੰ ਵਿਆਹ ਕੇ ਲਿਆਈ ਹੈ। ਇਹ ਸਭ ਸੁਣ ਕੇ ਮੈਂ ਕੰਬਣ ਲੱਗੀ ਸੀ। ਮੇਰੀ ਸੱਸ ਬੋਲੀ, ਮੈਂ ਸੀਮਾ ਨੂੰ ਖਾਣੇ 'ਚ ਬਾਂਝਪਨ ਦੀਆਂ ਇੰਨੀਆਂ ਗੋਲੀਆਂ ਖਵਾਈਆਂ ਕਿ ਉਹ ਸੱਚਮੁੱਚ ਬਾਂਝਪਨ ਹੋ ਗਈ। ਇਹ ਸ਼ਬਦ ਸੁਣਦੇ ਹੀ ਮੈਂ ਤਾਂ ਜਿਵੇਂ ਪੱਥਰ ਬਣ ਗਈ ਸੀ। ਮੈਂ ਜਲਦੀ ਦੇਣੇ ਆਪਣੇ ਪਤੀ ਦੇ ਕਮਰੇ ਵੱਲ ਵਧੀ ਤਾਂ ਕਿ ਉਹਨਾਂ ਨੂੰ ਕਹਾਂ ਕਿ ਆਪਣੀ ਮਾਂ ਤੇ ਭੈਣ ਦੀਆਂ ਗੱਲਾਂ ਸੁਣ ਲਓ। ਇਹਨਾਂ ਦੋਵਾਂ ਨੇ ਮੇਰੇ ਤੇ ਕਿੰਨਾ ਜ਼ੁਲਮ ਕੀਤਾ, ਪਰ ਸ਼ਾਇਦ ਅੱਜ ਦੀ ਰਾਤ ਪਰਦੇ ਹਟਣ ਦੀ ਰਾਤ ਸੀ। ਜਦੋਂ ਮੈਂ ਪ੍ਰਦੀਪ ਦੇ ਕਮਰੇ ਵੱਲ ਗਈ ਤਾਂ ਸ਼ੀਲਾ ਨੂੰ ਆਖ ਰਿਹਾ ਸੀ ਕਿ ਮੈਂ ਜਜ਼ਬਾਤ 'ਚ ਆ ਕੇ ਬਹੁਤ ਗਲਤ ਫੈਸਲਾ ਕਰ ਲਿਆ ਸੀ ਜੋ ਮੈਂ ਸੀਮਾ ਨੂੰ ਭਜਾ ਕੇ ਲਿਆਇਆ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੀਮਾ ਦੇ ਭਰਾਵਾਂ ਨੂੰ ਪਤਾ ਸੀ ਕਿ ਉਹ ਮੇਰੇ ਨਾਲ ਆਈ ਹੈ, ਇਸ ਲਈ ਉਹ ਮੈਨੂੰ ਰੋਜ਼ਾਨਾ ਫੋਨ ਕਰਕੇ ਧਮਕੀਆਂ ਦਿੰਦੇ ਕਿ ਜੇਕਰ ਤੂੰ ਸਾਡੀ ਭੈਣ ਦਾ ਖਿਆਲ ਨਾ ਰੱਖਿਆ ਤਾਂ ਤੇਰਾ ਅੰਜਾਮ ਬਹੁਤ ਬੁਰਾ ਹੋਵੇਗਾ। ਮੈਂ ਚੌਧਰੀਆਂ 'ਚ ਰਹਿ ਕੇ ਆਇਆ ਸੀ। ਮੈਨੂੰ ਪਤਾ ਸੀ ਕਿ ਉਹ ਲੋਕ ਕਿੰਨੇ ਖਤਰਨਾਕ ਹੁੰਦੇ ਹਨ, ਇਸ ਲਈ ਮੈਂ ਸੀਮਾ ਨੂੰ ਛੱਡਣ ਦੀ ਸੋਚ ਵੀ ਨਹੀਂ ਸਕਦਾ ਸੀ। ਹੁਣ ਮਾਂ ਨੇ ਮੈਨੂੰ ਆਪਣੇ ਪਲਾਨ 'ਚ ਸ਼ਾਮਲ ਕਰ ਲਿਆ। ਇੰਜ ਅਸੀਂ ਮਿਲ ਕੇ ਤੈਨੂੰ ਪਸੰਦ ਕੀਤਾ ਤੇ ਰਾਧਾ ਆਂਟੀ ਰਾਹੀਂ ਸੀਮਾ ਨੂੰ ਬੇਵਕੂਫ ਬਣਾਇਆ। ਹਾਏ, ਮੈਂ ਇਹ ਕੀ ਸੁਣ ਰਹੀ ਹਾਂ? ਇਹ ਉਹ ਪ੍ਰਦੀਪ ਸੀ ਜਿਸ ਕਰਕੇ ਮੈਂ ਖੁਦ ਨੂੰ ਦਾਅ 'ਤੇ ਲਾ ਦਿੱਤਾ। ਮੈਂ ਦੱਬੇ ਪੈਰੀ ਪ੍ਰਦੀਪ ਦੇ ਕਮਰੇ 'ਚੋਂ ਚਲੀ ਗਈ ਸੀ। ਉਹ ਮੈਨੂੰ ਰੂਬਰੂ ਦੇਖ ਕੇ ਸੁੰਨ ਹੋ ਗਿਆ ਸੀ। ਉਸ ਨੂੰ ਉਮੀਦ ਨਹੀਂ ਸੀ ਕਿ ਮੈਂ ਉਸ ਦਾ ਰਾਜ਼ ਜਾਣ ਚੁੱਕੀ ਹਾਂ। ਮੈਂ ਬੋਲੀ ਕਿ ਪ੍ਰਦੀਪ ਜੇਕਰ ਛੱਡਣਾ ਸੀ ਤਾਂ ਉਂਝ ਹੀ ਛੱਡ ਦਿੰਦਾ, ਕਿ ਮੈਨੂੰ ਬਾਜ਼ ਬਣਾਉਣਾ ਜ਼ਰੂਰੀ ਸੀ।
ਕਿਸੇ ਇਨਸਾਨ ਤੋਂ ਭਗਵਾਨ ਦੀਆਂ ਦਿੱਤੀਆਂ ਚੀਜ਼ਾਂ ਖੋਹ ਲੈਣਾ ਉਸ ਦਾ ਕਤਲ ਕਰਨ ਦੇ ਬਰਾਬਰ ਹੈ। ਇੰਨਾ ਆਖ ਕੇ ਮੈਂ ਉਸਦੇ ਕਮਰੇ 'ਚੋਂ ਬਾਹਰ ਆ ਗਈ। ਉਹ ਮੇਰੇ ਪਿੱਛੇ ਪਿੱਛੇ ਆਇਆ ਸੀ। ਕਮਰੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਮੈਂ ਨਹੀਂ ਖੋਲ੍ਹਿਆ। ਜਦੋਂ ਉਹ ਨਿਰਾਸ਼ ਹੋ ਕੇ ਵਾਪਸ ਚਲਾ ਗਿਆ ਤਾਂ ਉਸ ਰਾਤ ਮੈਂ ਪ੍ਰਦੀਪ ਦੇ ਘਰ ਵਾਲਿਆਂ ਤੋਂ ਤੇ ਉਸ ਦੀ ਜ਼ਿੰਦਗੀ ਤੋਂ ਹਮੇਸ਼ਾ ਲਈ ਨਿਕਲ ਗਈ ਸੀ। ਮੈਂ ਹੁਣ ਇੱਕ ਅਨਾਥ ਆਸ਼ਰਮ 'ਚ ਰਹਿੰਦੀ ਹਾਂ। ਮੈਂ ਪ੍ਰਦੀਪ ਤੋਂ ਤਲਾਕ ਨਹੀਂ ਲਿਆ ਸੀ ਕਿਉਂਕਿ ਹੁਣ ਮੈਨੂੰ ਕਿਸੇ ਵੀ ਮਰਦ 'ਤੇ ਵਿਸ਼ਵਾਸ ਨਹੀਂ ਸੀ। ਤਾਂ ਫਿਰ ਤਲਾਕ ਦਾ ਕੀ ਫਾਇਦਾ? ਮੈਂ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰ ਲੈਂਦੀ ਹਾਂ ਤੇ ਉਹ ਮੈਨੂੰ ਮਿਲਣ ਵੀ ਆਈ ਸੀ। ਮੈਂ ਆਪਣੀ ਜ਼ਿੰਦਗੀ ਅਨਾਥ ਆਸ਼ਰਮ ਦੇ ਨਾਂ ਕਰ ਦਿੱਤੀ ਸੀ। ਬਾਕੀ ਤੁਸੀਂ ਦੱਸੋ ਕਿ ਜੇਕਰ ਮੇਰੀ ਥਾਂ ਤੁਸੀਂ ਹੁੰਦੇ ਤਾਂ ਕੀ ਕਰਦੇ? ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ ਅਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਓ। ਦੋਸਤੋ, ਜਿਸ ਤਰ੍ਹਾਂ ਤੁਸੀਂ ਸਾਡੀ ਕਹਾਣੀਆਂ ਨੂੰ ਸੁਣਨਾ ਪਸੰਦ ਕਰ ਰਹੇ ਹੋ, ਇਸੇ ਤਰ੍ਹਾਂ ਹੀ ਸੁਣਦੇ ਰਹੋ ਤਾਂ ਕਿ ਸਾਡਾ ਹੌਸਲਾ ਵੱਧਦਾ ਰਹੇ। ਧੰਨਵਾਦ।